ਕੱਲ ਤੁਸੀਂ ਰਾਜੇਵਾਲ ਸਾਹਿਬ ਦੇ ਬਿਆਨ ਸੁਣ ਲਓ, ਕੱਲ ਆਪਣੇ ਜਿਹੜੇ ਰੁਲਦੂ ਮਾਨਸਾ ਤੋਂ ਹੈਗੇ ਆ ਉਹਨਾਂ ਦੇ ਬਿਆਨ ਸੁਣ ਲਓ, ਹੈ ਨਾ। ਤੁਸੀਂ ਬਿਆਨ ਸੁਣੋਗੇ ਤਾਂ ਤੁਸੀਂ ਦੇਖੋਗੇ ਵੀ ਯਾਰ ਜੇ ਸਾਡਾ ਮਿਆਰ ਇੱਥੋਂ ਤੱਕ ਆ ਗਿਆ ਫਿਰ ਕਈ ਵਾਰੀ ਤੁਹਾਨੂੰ ਪਿੱਛੇ ਰਹਿ ਕੇ ਸਪੋਰਟ ਦੇਣੀ ਪਊਗੀ। ਹਿੰਸਾ ਐ ਨਹੀਂ ਹੁੰਦੀ, ਗਰਮ ਖਿਆਲੀ ਨਰਮ ਖਿਆਲੀ, ਇਹ ਬਾਈਨਰੀਜ਼ ਕੰਪਾਰਟਮੈਂਟਲਾਈਜੇਸ਼ਨ, ਇਹ ਭਾਸ਼ਾ ਜਿਹੜੀ ਹੈ ਸਰਕਾਰ ਦੀ ਆ। ਅਦਰਵਾਈਜ਼ ਕੋਈ ਨਰਮ ਖਿਆਲੀ ਤੇ ਗਰਮ ਖਿਆਲੀ ਨਹੀਂ ਹੁੰਦੀ। ਇੱਕ ਵਹਿਣ ਵਹਿ ਰਿਹਾ ਹੁੰਦਾ, ਉਸ ਵਹਿਣ 'ਚ ਕਈ ਵਾਰੀ ਉਹ ਕਿੱਧਰ ਨੂੰ ਮੋੜ ਲੈਣਾ, ਇਹ ਸਰਕਾਰ ਕਿਵੇਂ ਬਿਹੇਵ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਸਾਡੇ ਬੰਦੇ ਕਿਵੇਂ ਬਿਹੇਵ ਕਰਦੇ ਆ, ਇਹ ਉਹਦੇ ਤੇ ਡਿਪੈਂਡ ਕਰਦੀਆਂ ਗੱਲਾਂ। ਜੇ ਸੰਗਤ ਧਾਰ ਲੇ ਫਿਰ ਕਿ ਇਹਨਾਂ ਦਾ ਕਿਸੇ ਦਾ ਵੀ, ਜਿਹੜੀਆਂ ਧਿਰਾਂ ਵੀ ਬੈਠੀਆਂ ਉਹਨਾਂ ਦੇ ਜੀ ਲੀਡਰਸ਼ਿਪ ਆ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਹੈ ਜੇ ਸੰਗਤ ਧਾਰ ਲੇ ਤੇ ਇਹ ਉਸ ਤੋਂ ਬਾਅਦ ਇਕੱਠੀਆਂ ਨਾ ਹੋਣ, ਇਹ ਹੋ ਹੀ ਨਹੀਂ ਸਕਦਾ। ਅਸੀਂ ਪਿੰਡਾਂ 'ਚ ਰਹਿ ਕੇ ਲੋਕਾਂ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਏਕੇ 'ਚ ਰਹਿ ਕੇ, ਜਾਬਤੇ 'ਚ ਰਹਿ ਕੇ ਤੇ ਸੰਘਰਸ਼ 'ਚ ਜਾਓ। ਆਪਾਂ ਕੋਈ ਅੱਜ ਤੋਂ ਮੈਂ ਇਹ ਗੱਲ ਵੀ ਧਾਰੀ ਸੀ ਵੀ ਮੈਂ ਕੋਈ ਸਲਾਹ ਹੀ ਨਹੀਂ ਦਿੰਦਾ ਤੇ ਨਾ ਮੈਂ ਸਵਾਲ ਪੁੱਛਾਂ। ਫਿਰ ਜਦੋਂ ਨਿਰਾਦਰ ਹੋਇਆ ਤਾਂ ਸਰਸੇ ਵਾਲਾ ਜਿਹੜਾ ਸਾਧ ਸੀ ਉਹਨੂੰ ਮਾਫੀ ਦਿੱਤੀ ਗਈ। ਹੁਣ ਇਹ ਵੀ ਮਾਫੀ ਦੇ ਯੋਗ ਨਹੀਂ ਹੈ ਗੱਲ। ਇਹ ਦੇਖੋ ਸਿੱਖ ਬਹੁਤ ਇੱਕ, ਜਦੋਂ ਆਪਾਂ ਕੌਮ ਦੀ ਗੱਲ ਕਰੀਏ ਤਾਂ ਬੜੀ ਨਿਆਰੀ ਕੌਮ ਆ, ਬੜੇ ਪਰਮੇਸ਼ਰ ਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਉਹਦੇ 'ਚ ਅੰਸ਼ ਆ। ਪਰ ਇਹ ਨਹੀਂ ਵੀ ਹਰ ਅਪਰਾਧ ਹੀ ਮਾਫੀ ਦੇ ਯੋਗ ਹੋਵੇ। ਜਿੱਥੇ ਗੱਲ ਸਾਡੇ ਇਸ਼ਟ ਤੇ ਆਉਂਦੀ ਆ ਉਹ ਮਾਫੀ ਦੇ ਯੋਗ ਅਪਰਾਧ ਨਹੀਂ ਆ। ਜਦੋਂ ਸਮੇਂ ਤੇ ਉਹਦੀ ਜਾਂਚ ਹੋਣੀ ਚਾਹੀਦੀ ਸੀ ਉਸ ਵੇਲੇ ਉਹ ਜਾਂਚ ਹੋਈ ਨਹੀਂ। ਮਗਰੋਂ ਅਸੀਂ ਹੁਣ ਇਕੱਠੇ ਹੋ ਕੇ ਫਿਰ ਡੈਫੀਨੇਟਲੀ ਆਵਾਜ਼ ਬੁਲੰਦ ਕਰਦੇ ਹਾਂ। ਪਰ ਗੱਲ ਹੁਣ ਬਾਹਲੀ ਦੂਰ ਆ ਗਈ। ਹੁਣ ਵੀ ਅੱਜ ਕੱਲ੍ਹ ਵੀ ਤੁਸੀਂ ਦੇਖੋ ਕਿਤੇ ਨਾ ਕਿਤੇ ਕੋਈ ਨਿਰਾਦਰ ਦੀ ਘਟਨਾ ਹੋ ਜਾਂਦੀ ਆ। ਹੁਣ ਵੀ ਨਹੀਂ, ਜਿਹੜੀਆਂ ਉਹੀ ਸਰਕਾਰਾਂ ਦੀ ਉਹੀ ਰੂਪ ਰੇਖਾ, ਬੰਦੇ ਬਦਲ ਜਾਂਦੇ ਆ, ਸਰਕਾਰ ਦੀ ਮਾਨਸਿਕਤਾ ਜਾਂ ਵਿਚਾਰਧਾਰਾ ਕਦੇ ਨਹੀਂ ਬਦਲਦੀ। ਸੋ ਸਾਨੂੰ ਪੂਰਨ ਤੌਰ ਤੇ ਇੱਕ ਡੈਮੋਕਰੇਟਾਈਜੇਸ਼ਨ ਕਰਨੀ ਪਊਗੀ, ਇੱਕ ਸਿਸਟਮ ਹੀ ਬਦਲਣਾ ਪਊਗਾ। ਇੱਥੇ ਮੁੜ ਉਸਾਰੀ ਕਰਨੀ ਪਊਗੀ ਸਾਨੂੰ। ਪੰਜਾਬ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਤਾਂ ਫਿਰ ਕਿਤੇ ਅਸੀਂ ਕਿਸੇ ਸਹੀ ਕਾਰਨਾਂ ਖਾਤਰ ਜਿਹੜੇ ਲੋਕ ਦੋਸ਼ੀ ਆ ਉਹਨਾਂ ਨੂੰ ਜੇ ਆਪਾਂ ਸਜ਼ਾ ਦੇਣੀ ਆ ਤੇ ਸਾਨੂੰ ਉਹਦਾ ਨਿਆਂ ਮਿਲਣਾ ਚਾਹੀਦਾ। ਫਿਰ ਉਹ ਵਰਤਾਰਾ ਸ਼ੁਰੂ ਹੋਊਗਾ, ਉਦੋਂ ਤੱਕ ਉਹ ਵਰਤਾਰਾ ਨਹੀਂ ਸ਼ੁਰੂ ਹੋਣਾ। 4 ਸਾਲ ਲਗਭਗ ਲੰਘ ਜਾਂਦੇ ਨੇ, 4-5 ਸਾਲਾਂ ਬਾਅਦ ਯਾਦ ਆ ਜਾਂਦੀ ਹੈ ਅਕਾਲ ਤਖਤ ਤੇ ਹੋਏ ਹਮਲੇ ਦੀ। ਰਾਜਨੀਤਿਕ ਆਗੂਆਂ ਨੂੰ ਉਹੀ ਜਿਹੜੇ ਨੇ ਘਸੀਆਂ ਪਿੱਟੀਆਂ ਗੱਲਾਂ ਕਰਨੀਆਂ ਫਿਰ ਸ਼ੁਰੂ ਕਰ ਦਿੰਦੇ ਨੇ। ਬੇਅਦਬੀ ਦੀ ਯਾਦ ਆ ਜਾਂਦੀ ਹੈ 4.5 ਸਾਲਾਂ ਬਾਅਦ। ਕਾਰਨ ਕੀ ਨੇ ਬਾਈ? ਕਾਰਨ ਇਹ ਆ ਵੀ ਉਹਨਾਂ ਬੰਦਿਆਂ ਨੇ ਤਾਂ ਲੋਕਾਂ ਨੂੰ ਭਰਮਾਉਣਾ ਤੇ ਵੋਟਾਂ ਪਵਾਉਣੀਆਂ, ਹਨਾ। ਜਿਹੜਾ ਜ਼ਿਆਦਾ ਭਰਮਾ ਲੈਂਦਾ ਉਹਨਾਂ ਜ਼ਿਆਦਾ ਵੱਧ ਸਕਸੈਸਫੁਲ ਹੋ ਜਾਂਦਾ ਵੋਟਾਂ ਪਵਾਉਣ 'ਚ, ਤੇ ਮੁੜ ਕੇ ਉਹ ਮੰਤਰੀ CM ਬਣ ਕੇ ਬਹਿ ਜਾਂਦੇ ਆ। ਸੋ ਇਹ ਤਾਂ ਗੱਲ ਭਰਮਾਉਣ ਦੀ ਚੱਲ ਰਹੀ ਆ। ਇਹੀ ਗੱਲ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਰਾਜਨੀਤਿਕ, ਜਿਹੜੀ ਤੁਸੀਂ ਹੁਣੇ ਗੱਲ ਕਹੀ, ਭਾਸ਼ਾ ਵਰਤੀ ਆ, ਉਹ ਵਾਕਈ ਪੂਰਨ ਤੌਰ ਤੇ ਉਹਨਾਂ ਤੇ ਢੁਕਦੀ ਆ ਇਹ ਗੱਲ। ਇਹ ਗੱਲ ਰਾਜਨੀਤਿਕ ਨਹੀਂ ਆ, ਇਹ ਗੱਲ ਤਾਂ ਅਧਿਆਤਮ ਦੀ ਆ ਤੇ ਸਮਾਜ ਦੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਯਾਰ ਜਗਤ ਗੁਰੂ ਆ। ਤੁਸੀਂ ਵੇਖੋ ਸਾਰਿਆਂ ਦਾ ਸਾਂਝਾ, ਇਸ ਦੇਸ਼ ਦਾ ਕੀ, ਇਸ ਦੁਨੀਆ ਦਾ ਕੀ। ਸੋ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੁੰਦਾ ਤੇ ਮੈਨੂੰ ਲੱਗਦਾ ਇੱਕ ਮਨੁੱਖਤਾ ਦਾ ਨਿਰਾਦਰ ਆ ਇਹਨਾਂ ਵੇ। ਇਹਦੇ ਲਈ ਤਾਂ ਕੋਈ ਇਹ ਨਹੀਂ ਵੀ ਇਕੱਲੇ ਸਿੱਖ ਹੀ ਸੰਘਰਸ਼ ਕਰਨ। ਸਾਡੇ ਸਾਰੇ ਉਹ ਬੰਦੇ ਜਿਹੜੇ ਇਸ ਧਰਤੀ ਤੇ ਇਸ ਖਿੱਤੇ 'ਚ ਰਹਿੰਦੇ ਆ ਉਹਨਾਂ ਸਾਰਿਆਂ ਨੂੰ ਸੰਘਰਸ਼ ਕਰਨਾ ਚਾਹੀਦਾ। ਕੈਪਟਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ। ਇਹ ਕਿਹਾ ਜਾ ਰਿਹਾ ਕਿ ਬਾਦਲ ਦਲ ਤੇ ਕੈਪਟਨ ਇਹ ਜਿਹੜੀ ਰਲੇ ਹੋਏ ਲੀਡਰ ਨੇ ਤੇ ਸੁਪਰੀਮ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਜਾ ਸਕਦੀ ਸੀ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਨਾ ਕਰਨਾ, ਕੀ ਸਮਝਦੇ ਹੋ ਕਿ ਇਹ ਜਿਹੜੀ ਮਿਲੀ ਭੁਗਤ ਹੋ ਸਕਦੀ ਆ ਦੋਨਾਂ? ਬਾਈ ਜੀ ਇਹ ਗੱਲ ਨਾ ਅਸੀਂ ਬਹੁਤ ਉੱਤੋਂ ਦੇਖਦੇ ਹਾਂ ਵੀ ਇਹ ਰਲੇ ਹੋਏ ਆ। ਸਾਰਾ ਸਿਸਟਮ ਉਹੀ ਆ, ਬੰਦੇ ਬਦਲਦੇ ਆ। ਉਹਨਾਂ ਕੁਰਸੀਆਂ ਤੇ ਜਿਹੜਾ ਦੂਜੇ ਨੇ ਆ ਕੇ ਬੈਠਣਾ ਹੁੰਦਾ ਉਹਨੇ ਵੀ ਉਹੀ ਕੰਮ ਕਰਨਾ ਹੁੰਦਾ ਜੋ ਪਹਿਲਾਂ ਉਹਦਾ ਜਿਹੜਾ ਪਹਿਲਾਂ ਬੈਠਣ ਵਾਲਾ ਬੰਦਾ ਸੀ ਉਹ ਕਰਕੇ ਗਿਆ। ਜਿਵੇਂ ਅੱਜ ਜੋ BJP ਕਰ ਰਹੀ ਆ, ਕਾਂਗਰਸ ਵੀ ਉਹੀ ਕਰਦੀ ਸੀ। ਫਰਕ ਕਿੱਥੇ ਹੁੰਦਾ? ਉਹ ਰਾਤ ਦੇ ਹਨੇਰੇ 'ਚ ਕਰਦੇ ਸੀ, ਇਹ ਦਿਨ ਦੇ ਚਾਨਣ 'ਚ ਹੀ ਉਹੀ ਕਰੀ ਜਾਂਦੇ ਆ। ਸੋ ਫਰਕ ਕੁਛ ਨਹੀਂ ਹੈ। ਇਸੇ ਕਰਕੇ ਮੈਂ ਕਹਿ ਰਿਹਾ ਹਾਂਜੀ ਵੱਡਾ ਮੁੱਦਾ ਸੀ, ਸਿੱਖਾਂ ਨਾਲ ਜੁੜਿਆ ਹੋਇਆ ਭਾਵਨਾ ਦਾ ਮੁੱਦਾ ਸੀ ਤਾਂ ਕਿਹਾ ਗਿਆ ਸੀ ਸਾਰੀਆਂ ਪਾਰਟੀਆਂ ਦੇ ਵੱਲੋਂ ਕਿ ਇਨਸਾਫ ਦਿਵਾਵਾਂਗੇ ਤਾਂ ਕੈਪਟਨ ਦੀ ਸਰਕਾਰ ਹੁਣ ਤੱਕ 4 ਸਾਲ ਦਾ ਵਕਤ ਤੋਂ ਉੱਪਰ ਉਹਨੂੰ ਵੀ ਹੋ ਚੁੱਕਿਆ। ਮੈਂ ਤੁਹਾਨੂੰ ਦੱਸਿਆ ਨਾ ਗੱਲ ਇਹ ਆ, ਪਹਿਲਾਂ ਤਾਂ ਇਹ ਸਿੱਖਾਂ ਦਾ ਇਕੱਲਿਆਂ ਦਾ ਮੁੱਦਾ ਨਹੀਂ ਆ, ਇਹ ਤਾਂ ਮਾਨਵਤਾ ਦਾ ਮੁੱਦਾ। ਸੋ ਸੋਲਿਊਸ਼ਨ ਬਾਈ ਜੀ, ਸੋਲਿਊਸ਼ਨ ਇਹ ਆ ਪੰਜਾਬ ਦੇ ਲੋਕਾਂ ਨੂੰ ਇੱਕ ਪੋਲੀਟੀਕਲ ਸਟਰਕਚਰ ਬਦਲਣਾ ਪਊਗਾ। ਸਾਨੂੰ ਆਪ ਤੁਹਾਨੂੰ ਸਾਰਿਆਂ ਨੂੰ ਇੱਥੇ ਇੱਕ ਪੈਰਾਡਾਈਮ ਸ਼ਿਫਟ ਜਿਹਨੂੰ ਕਹਿੰਦੇ ਆ, ਕੰਪਲੀਟ ਚੇਂਜ
ਪੋਲੀਟੀਕਲ ਤੇ ਸੋਸ਼ਲ ਵੀ ਉਹ ਲਿਆਉਣੀ ਪਊਗੀ। ਉਹ ਤੋਂ ਬਿਨਾ ਸਾਡੇ ਕੋਲੇ ਕੋਈ ਹੱਲ ਨਹੀਂ ਆ। ਜਦੋਂ ਅਸੀਂ ਇਹ ਆਪਦੇ ਅੰਦਰ ਗੱਲ ਸਮਝ ਲਾਂਗੇ, ਇਹ ਸਾਡੀ ਰਿਸਪੌਂਸਿਬਿਲਿਟੀ ਆ। ਅੱਜ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ, ਵੇਖੋ ਕਿਸ ਤਰ੍ਹਾਂ ਦਾ ਵਰਤਾਰੇ ਵਾਪਰ ਰਹੇ ਆ, ਵੇਖੋ ਕਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਆ, ਇੱਕ ਦੂਜੇ ਨੂੰ ਉਕਸਾਉਣ ਦੀ ਕਿਸ ਤਰ੍ਹਾਂ ਦਾ ਉਹ ਡਿਸਕੋਰਸ ਚੱਲ ਰਿਹਾ। ਜਦੋਂ ਤੱਕ ਅਸੀਂ ਇੱਕ ਤਾਂ ਤਹਿਜ਼ੀਬ ਨਹੀਂ ਸਿੱਖਾਂਗੇ, ਹਨਾ, ਗੱਲਾਂ ਨੂੰ ਬੈਠ ਕੇ ਮਸਲਿਆਂ ਨੂੰ ਸਮਝਾਂਗੇ ਨਹੀਂ, ਸਿਰ ਜੋੜ ਕੇ ਬੈਠ ਕੇ ਉਹਨਾਂ ਦੇ ਹੱਲ ਨਹੀਂ ਲੱਭਾਂਗੇ ਤੇ ਆਪਸ 'ਚ ਖਿੱਚਤਾਣ ਕਰਦੇ ਰਹਾਂਗੇ, ਤੌਹਮਤਾਂ ਲਾਉਂਦੇ ਰਹਾਂਗੇ, ਸਰਟੀਫਿਕੇਟ ਵੰਡਦੇ ਰਹਾਂਗੇ, ਉਦੋਂ ਤੱਕ ਤਾਂ ਫਿਰ ਪੋਲਰਾਈਜੇਸ਼ਨ ਹੀ ਹੋਊਗੀ, ਵੰਡਦੇ ਹੀ ਰਹਾਂਗੇ। ਗੱਲ ਏਕੇ 'ਚ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣੀ ਪੈਣੀ ਆ ਵੀ ਏਕੇ ਤੋਂ ਬਿਨਾ ਤੇ ਮਸਲਿਆਂ ਨੂੰ ਸਮਝੇ ਤੋਂ ਬਿਨਾ ਕੋਈ ਹੱਲ ਨਹੀਂ ਆ, ਜਿਹੜੀ ਮਰਜ਼ੀ ਸਰਕਾਰ ਆ ਜਾਏ। ਹਾਂਜੀ ਬਾਈ ਜੀ, ਮੈਂ ਤੁਹਾਨੂੰ ਦੱਸਦਾ, ਰਾਜਨੀਤੀ ਕਰ ਰਹੇ ਹਾਂ, ਅੱਜ ਵੀ ਆਪਾਂ ਰਾਜਨੀਤੀ ਕਰ ਰਹੇ ਹਾਂ। ਜਦੋਂ ਤੋਂ ਮੋਰਚਾ ਲਾਇਆ ਸੀ ਉਹ ਵੀ ਰਾਜਨੀਤਿਕ ਗੱਲ ਹੀ ਸੀ। ਸੋ ਰਾਜਨੀਤੀ ਦਾ ਇਕੱਲਾ ਇਹ ਮਤਲਬ ਨਹੀਂ ਹੁੰਦਾ ਵੀ ਆਪਾਂ ਵੋਟਾਂ 'ਚ ਖੜੇ ਹੋ ਜਾਈਏ। ਇੱਕ ਸੰਘਰਸ਼ 'ਚ ਵੀ ਰਹਿ ਕੇ ਰਾਜਨੀਤੀ ਕੀਤੀ ਜਾਂਦੀ ਆ। ਆਪਣਾ ਜਿਹੜਾ ਰਾਹ ਉਹ ਇਹਨੂੰ ਕਹਿੰਦੇ ਆ ਸਟਰਗਲ ਆ, ਜਿਹੜੀ ਆਪਾਂ ਕਰ ਰਹੇ ਆ, ਹਨਾ, ਇਹ ਕੌਨਫਲਿਕਟ ਪੋਲਿਟਿਕਸ ਆ, ਕੌਨਫਲਿਕਟ ਸਟਰਗਲ ਆ। ਇਹ ਇੱਕ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਆ, ਵੋਟਾਂ ਵਾਲੀ ਪੋਲਿਟਿਕਸ ਹੁੰਦੀ ਆ। ਸੋ ਇਸ ਕਰਕੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇਹ ਤਾਂ ਸਾਨੂੰ ਸਾਂਝੇ ਵਾਲਤਾ 'ਚ ਰਹਿ ਕੇ ਗੱਲ ਮਿਥਣੀ ਪਊਗੀ, ਸਮਝਣੀ ਪਊਗੀ, ਜ਼ਿੰਮੇਵਾਰੀ ਚੱਕਣੀ ਪਊ ਵੀ ਸਾਨੂੰ ਪੋਲੀਟੀਕਲ ਸਟਰਕਚਰ 'ਚ ਚੇਂਜ ਚਾਹੀਦੀ ਆ, ਸਾਡੇ ਸੋਸ਼ਲ ਸਟਰਕਚਰ 'ਚ ਚੇਂਜ ਚਾਹੀਦੀ ਆ। ਉਦੋਂ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋਣੇ। ਸਰਕਾਰ ਕੋਈ ਵੀ ਹੋਵੇ, ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤੁਸੀਂ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੜ ਕੇ ਬੰਦਾ ਬੈਠ ਜਾਂਦਾ ਹੈ, ਪਾੜ ਦਿੱਤੇ ਜਾਂਦੇ ਨੇ ਅੰਕ ਜਿਹੜੇ, ਤੇ ਬਾਅਦ ਦੇ ਵਿੱਚ ਬਣਾ ਦਿੱਤਾ ਜਾਂਦਾ ਵੀ ਇਹ ਪਾਗਲ ਹੈ। ਤੇ ਜਿਹੜੇ ਪਾਗਲ ਹੈ ਤੇ ਖੂਹ ਦੇ ਵਿੱਚ ਛਾਲ ਕਿਉਂ ਨਹੀਂ ਮਾਰਦਾ, ਨਹਿਰ ਦੇ ਵਿੱਚ ਛਾਲ ਕਿਉਂ ਨਹੀਂ ਮਾਰਦਾ, ਗੁਰਦੁਆਰਾ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਕਿਉਂ ਬਹਿੰਦਾ ਹੈ? ਇਹੀ ਗੱਲ ਵਿਚਾਰਨ ਵਾਲੀ ਆ ਬਾਈ। ਇਹ ਕਿਤੋਂ ਨਾ ਕਿਤੋਂ ਦੇਖੋ, ਦੋ ਗੱਲਾਂ। ਇਨਸਾਨ ਜਦੋਂ ਘੜਿਆ ਗਿਆ ਨਾ, ਉਹਦੇ 'ਚ ਦੋ ਬਿਰਤੀਆਂ ਪਾਈਆਂ ਗਈਆਂ, ਇੱਕ ਸ਼ੈਤਾਨ ਬਿਰਤੀ ਤੇ ਇੱਕ ਇਨਸਾਨ ਬਿਰਤੀ ਜਾਂ ਦੇਵਤਾ ਬਿਰਤੀ। ਹੁਣ ਜਿਹੜੇ ਸ਼ੈਤਾਨ ਜਾਂ ਜਿਹੜੇ ਦਾਨਵ ਬੰਦੇ ਆ, ਉਹ ਤਾਂ ਆਪਦਾ ਕੰਮ ਕਰੀ ਜਾਂਦੇ ਆ। ਜਿਹੜੇ ਅਸੀਂ ਆ, ਜਿਹੜੇ ਪ੍ਰਮਾਤਮਾ ਵਾਲੇ ਪਾਸੇ ਖੜਦੇ ਆ, ਦੇਵਤਿਆਂ ਵਾਲੇ ਪਾਸੇ ਖੜਦੇ ਆ, ਉਹ ਬਿਰਤੀ ਆ ਸਾਡੇ 'ਚ। ਉਹਨਾਂ ਦੇ ਵਿੱਚ ਏਕਾ ਨਹੀਂ ਹੈ। ਹਾਂ, ਅਸੀਂ ਆਪਦਾ ਕੰਮ ਨਹੀਂ ਕਰ ਰਹੇ, ਨਹੀਂ ਤਾਂ ਸਾਡੇ ਇਸ਼ਟ ਤੇ ਆ ਕੇ ਕੋਈ ਇਸ ਤਰ੍ਹਾਂ ਹਮਲੇ ਕਰ ਜੇ। ਸੋ ਸਾਡੇ ਤੇ ਵੀ ਕਿਤੇ ਨਾ ਕਿਤੇ ਘਾਟ ਆ। ਅਸੀਂ ਆਪਦੇ ਇਸ਼ਟ ਦੀ ਰੱਖਿਆ ਨਹੀਂ ਕਰ ਪਾ ਰਹੇ, ਤੇ ਕੋਈ ਬੰਦਾ ਆ ਕੇ ਜੇ ਆਪਾਂ ਕਹੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਦਾ, ਸਾਡੇ ਪੱਲੇ ਕੀ ਰਹਿ ਜਾਂਦਾ ਉਦੋਂ ਬਾਅਦ, ਹਨਾ। ਸੋ ਇਹ ਗੱਲਾਂ ਨੂੰ ਸਮਝਣਾ ਪਊਗਾ, ਦੋਨੇ ਪਾਸੇ ਦੇਖਣਾ ਪਊ, ਆਪਦੇ ਵਾਲੇ ਪਾਸੇ ਸਾਨੂੰ ਵੀ ਦੇਖਣਾ ਪਊ। ਜੇ ਆਪਾਂ ਆਮ ਤੌਰ ਤੇ ਗੱਲ ਵੀ ਕਰੀਏ ਪਿੰਡਾਂ ਦੀ, ਪਿੰਡਾਂ 'ਚ ਆਮ ਤੌਰ ਤੇ ਜਾਂਦੇ ਆ ਬਾਈ, ਜੇ ਇੱਕ ਘਰ ਦਾ ਰੋਜ਼ ਆਪਾਂ ਪਹਿਰਾ ਲਾ ਦਈਏ ਤਾਂ ਜਿਹੜੀ ਉਹਦੀ ਵਾਰੀ ਆ ਉਸ ਘਰ ਦੀ ਪਹਿਰੇ ਦੀ, ਉਹ ਮੈਨੂੰ ਲੱਗਦਾ 3 ਜਾਂ 4 ਮਹੀਨੇ ਬਾਅਦ ਆਊਗੀ। ਪਰ ਅਸੀਂ ਇੰਨਾ ਵੀ ਨਹੀਂ ਕਰ ਪਾ ਰਹੇ। 24 ਘੰਟੇ ਪਹਿਰਾ ਹੀ ਦੇਣਾ ਨਾ। ਨਾਲ ਵੀ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ? ਹਾਂਜੀ, ਖਾਲਸਾ ਹੀ ਰੋ ਰੀਤਾਂ ਦੇ ਮੁਤਾਬਕ ਵੀ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ? ਦੇਖੋ, ਬਿਲਕੁਲ ਦੇਣਾ ਚਾਹੀਦਾ, ਪਰ ਖਾਲਸਾ ਜਾਂ ਸਿੱਖ ਕਦੇ ਵੀ ਹਿੰਸਕ ਨਹੀਂ ਹੁੰਦਾ। ਹਿੰਸਾ ਉਹਨਾਂ ਦੇ ਮਨ 'ਚ ਨਹੀਂ ਹੁੰਦੀ। ਔਰ ਪਹਿਲਾ ਵਾਰ ਕਦੇ ਖਾਲਸਾ ਨਹੀਂ ਕਰੂਗਾ, ਦੂਜਾ ਵਾਰ ਵੀ ਖਾਲਸਾ ਨਹੀਂ ਕਰੂਗਾ। ਬਿਲਕੁਲ ਬਾਈ, ਪਰ ਫਿਰ ਵੀ ਗੱਲ ਆਏ ਆ ਨਾ, ਗੁਰੂ ਸਾਹਿਬ ਨੇ ਕਿਹਾ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਦ ਜਾ ਕੇ ਉਹ ਰੋ ਆਪਣੀਆਂ ਜਿਹੜੀਆਂ ਰੀਤਾਂ ਉੱਥੇ ਜਾਂਦੇ ਆ ਆਪਾਂ। ਨਹੀਂ, ਰਾਹ ਬੰਦ ਹਜੇ ਨਹੀਂ, ਹਜੇ 6 ਸਾਲ ਦੇ ਲਗਭਗ ਨਹੀਂ, ਪਰ ਇਨਸਾਫ ਜਿਨ੍ਹਾਂ ਤੋਂ ਲੈ ਰਹੇ ਆ ਉਹ ਉਹਨਾਂ ਨੇ ਇਨਸਾਫ ਦੇਣਾ ਹੀ ਨਹੀਂ। ਸਾਨੂੰ ਆਪਦੇ ਬੰਦੇ ਪੈਦਾ ਕਰਨੇ ਪੈਣੇ ਆ ਪਹਿਲਾਂ। ਉੱਥੇ ਤਾਂ ਉਸ ਰਾਹ ਤੇ ਤਾਂ ਪਹੁੰਚ ਗਏ, ਆਪਦੇ ਬੰਦੇ ਤਾਂ ਅਸੀਂ ਪੈਦਾ ਕਰਦੇ ਨਹੀਂ। ਜਿਹੜੇ ਬਗਾਨੇ ਆ ਉਹ ਸਾਡੇ ਵਰਗੇ ਸਿਰਫ ਦਿਖਦੇ ਆ, ਸਾਡੇ ਵਾਂਗੂ ਉਹਨਾਂ ਦੀ ਵੇਸ਼ਭੂਸ਼ਾ, ਪਰ ਉਹਨਾਂ ਦੇ ਅੰਦਰ ਹੁਣ ਜਿਵੇਂ ਸਰਦਾਰ ਮਨਮੋਹਨ ਸਿੰਘ ਇਸ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ, ਮੈਨੂੰ ਦੱਸੋ ਉਹਨਾਂ ਨੇ ਪੰਜਾਬ ਲਈ ਜਾਂ ਆਪਣੀ ਕੌਮ ਲਈ ਕੁਝ ਕੀਤਾ? ਕੁਛ ਗਣਾ ਦੋ ਕੀਤਾ ਹੋਵੇ ਤਾਂ। ਉੱਤੋਂ ਕੋਈ ਫੰਡ ਦੇ ਗਏ ਹੁਣ, ਕੁਛ ਕਰ ਗਏ ਹੁਣ, ਦੈਟਸ ਇਟ। ਬਟ ਬੜਾ ਵੱਡਾ ਰਿਫਾਰਮਸ ਦੀ ਜ਼ਰੂਰਤ ਸੀ, ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ। ਕਿਉਂਕਿ ਉਹ ਸਟੇਟ ਦੇ ਹੱਕ 'ਚ, ਸਰਕਾਰਾਂ ਦੇ ਹੱਕ 'ਚ ਹੀ ਭੁਗਤਦੇ ਆ। ਜਿਹੜੇ ਲੀਡਰ ਅਸੀਂ ਚੁਣੀ ਬੈਠੇ ਆ, ਜਿਹੜੇ ਮੰਤਰੀ ਬਣੇ ਬੈਠੇ ਆ ਵੱਡੇ ਵੱਡੇ, ਉਹ ਦੇਖਦੇ ਸਾਡੇ ਵਾਂਗੂ ਜ਼ਰੂਰ ਆ, ਵੋਟਾਂ ਮੰਗਣ ਸਾਡੇ ਚਾਹੁੰਦੇ ਆ, ਪਰ ਉਹ ਸਾਡੇ ਮਸਲਿਆਂ ਨੂੰ ਹੱਲ ਕਰਨਗੇ ਜਾਂ ਮਸਲਿਆਂ ਨੂੰ ਸੰਬੋਧਨ ਕਰਨਗੇ, ਇਹ ਤਾਂ 17 ਸਾਲਾਂ 'ਚ ਅਸੀਂ ਦੇਖ ਲਿਆ, ਨਹੀਂ ਹੋਇਆ ਬਾਈ। ਬੰਦੇ ਲੈ ਕੇ ਆਓਗੇ ਤੁਸੀਂ? ਜੇ ਪ੍ਰਤਾਪ ਇਸ ਮੁੱਦੇ ਕਰਕੇ ਜਿਹੜਾ ਅਸਤੀਫਾ ਦਿੰਦੇ ਨੇ ਤੇ ਹਾਂਜੀ, ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਂ ਜੋ ਵੀ ਗੱਲਬਾਤ ਉਹਨਾਂ ਦੀ ਰਹੀ ਹੈ, ਤਾਂ ਉਹ ਜੁੜੀ ਰਹੀ ਹੈ ਇਸ ਮਸਲੇ ਤੇ ਕੇਂਦਰਿਤ ਰਹੀ ਹੈ। ਹਾਂਜੀ। ਉਹਨਾਂ ਦਾ ਕੀ ਰੋਲ ਰਹੇਗਾ? ਉਹਨਾਂ ਦੀ ਕੋਈ ਭੂਮਿਕਾ ਹੋ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ? ਬਾਈ ਡੈਫੀਨੇਟਲੀ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ। ਇੱਕ ਉਹ ਸ਼ਖਸੀਅਤ ਜਿਹਨੇ ਇੰਨਾ ਕੰਮ ਕਰ ਲਿਆ ਇਸ ਮਸਲੇ ਤੇ, ਉਹਨਾਂ ਕੋਲੇ ਬੜੀਆਂ ਉਹ ਗੱਲਾਂ ਪਈਆਂ ਹੋਣੀਆਂ ਜਿਹੜੀਆਂ ਆਪਾਂ ਨੂੰ ਵੀ ਨਹੀਂ ਪਤਾ ਹਜੇ। ਸੋ ਉਹਨਾਂ ਦੀ ਭੂਮਿਕਾ ਬੜੀ ਵੱਡੀ ਹੋ ਸਕਦੀ ਆ।
ਤੇ ਮੋਹਰੀ ਬੰਦਿਆਂ 'ਚੋਂ ਹੋ ਸਕਦੇ ਆ। ਸੋ ਮੈਂ ਇਹੀ ਕਹਿਣਾ, ਸਾਨੂੰ ਬਸ ਇੱਕ ਹੋ ਕੇ ਤੁਰਨ ਦੀ ਜ਼ਰੂਰਤ ਆ। ਜਿੱਦਾਂ ਅਸੀਂ ਇੱਕ ਹੋ ਗਏ, ਤੁਸੀਂ ਵੇਖਿਓ ਉਦੋਂ ਕਿਵੇਂ ਇਨਸਾਫ ਮਿਲਦੇ ਜੀ ਬਾਈ, ਦਿੱਲੀ ਦੀ ਸਟੇਜ ਦੇ ਉੱਪਰ ਜਿਹੜਾ ਹੈਗਾ ਹਰ ਸ਼ਹੀਦਾਂ ਦਾ ਦਿਨ ਮਨਾਇਆ ਜਾਂਦਾ, ਪ੍ਰਕਾਸ਼ ਪੁਰਬ ਮਨਾਏ ਜਾਂਦੇ ਨੇ। 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉੱਥੇ ਮਨਾਉਣਾ ਚਾਹੀਦਾ ਇਹ ਦਿਨ। ਬਿਲਕੁਲ, ਕਿਉਂ ਨਹੀਂ ਮਨਾਉਣਾ ਚਾਹੀਦਾ ਜੀ। ਤੁਸੀਂ ਇਹ ਵੇਖੋ, ਸਾਡੇ ਉਹ ਬੰਦੇ ਜਿਨ੍ਹਾਂ ਨੂੰ ਸਟੇਟ ਨੇ ਬਦਨਾਮ ਕੀਤਾ, ਜਿਹੜੇ ਆਪਦਾ ਆਪਾ ਵਾਰ ਗਏ, ਕਿਸ ਖਾਤਰ ਸਵੈ ਰੱਖਿਆ ਕਿਸ ਚੀਜ਼ ਦੀ? ਸਾਡੀ ਹੋਂਦ ਤੇ ਹਸਤੀ ਦੀ। ਉਹਨਾਂ ਦੀ ਯਾਦ 'ਚ ਆਪਾਂ ਕੋਈ ਸ਼ਰਧਾਂਜਲੀ ਨਾ ਦਈਏ, ਕੋਈ ਦਿਨ ਨਾ ਮਨਾਈਏ, ਜਾਂ ਉਸ ਵਰਤਾਰੇ ਨੂੰ ਯਾਦ ਕਰਕੇ ਉਹ ਤੋਂ ਆਪਾਂ ਸਿੱਖੀਏ ਕੁਛ ਨਾ। ਸੋ ਇਹ ਤਾਂ ਬਹੁਤ ਮਾੜੀ ਗੱਲ ਹੈ ਜੇ ਨਹੀਂ ਮਨਾਵਾਂਗੇ। ਅੱਜ ਵੀ ਪਿੰਡਾਂ ਦੇ ਵਿੱਚ ਮਾਵਾਂ ਕਹਿ ਦਿੰਦੀਆਂ ਨੇ, ਨਾ ਪੁੱਤ ਉੱਥੇ ਨਾ ਜਾਈ, ਬਾਬਾ ਜਰਨੈਲ ਸਿੰਘ ਦੇ ਨਾਂ ਤੋਂ ਡਰਦੀਆਂ ਨੇ, ਖਾਲਸਤਾਨ ਦੇ ਨਾਂ ਤੋਂ ਡਰ ਲੱਗਦਾ। ਜਾਂ ਸਟੇਜ ਦੇ ਉੱਪਰ ਇਦਾਂ ਦੇ ਦਿਨ ਮਨਾਏ ਜਾਣਗੇ ਤਾਂ ਪਿੰਡਾਂ ਦੇ ਵਿੱਚ ਖਾਸ ਕਰ ਜੇ ਮਾਵਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਇਹ ਨਹੀਂ ਚੱਲੂਗਾ ਵੀ ਉੱਥੇ ਜਿਹੜਾ ਕੁਝ ਗਲਤ ਹੋ ਜਾਏਗਾ। ਨਹੀਂ ਬਾਈ, ਗੱਲ ਆਏ ਆ, ਦੇਖੋ ਅਸੀਂ ਕਰ ਕੀ ਰਹੇ ਹਾਂ? ਅਸੀਂ ਆਪਦੇ ਹੱਕ ਤੇ ਸੱਚ ਲਈ ਲੜ ਰਹੇ ਹਾਂ। ਹੱਕ ਤੇ ਸੱਚ। ਹੱਕ ਸਰਕਾਰ ਤੋਂ ਲੈਣੇ ਆ, ਸੱਚ ਲੋਕਾਂ ਨੂੰ ਦੱਸਣਾ, ਹਨਾ, ਸੱਚ ਤੇ ਪਹਿਰਾ ਦੇਣਾ। ਹੁਣ ਸੱਚ ਕੀ ਸੀ ਉਸ ਵੇਲੇ? ਜਿਹੜੀਆਂ ਮਾਵਾਂ ਪਿੰਡਾਂ 'ਚ ਬੈਠੀਆਂ, ਜਾਂ ਸਾਡੇ ਭੈਣਾਂ ਜਾਂ ਜਿਹੜੀਆਂ ਮਾਤਾਵਾਂ ਬੈਠੀਆਂ, ਉਹਨਾਂ ਦੇ ਅੰਦਰ ਤਾਂ ਉਹ ਡਰ ਉਸ ਵੇਲੇ, ਦੇਖੋ ਕੀ ਵਰਤਾਰਾ ਵਾਪਰਿਆ ਪੰਜਾਬ ਦੀ ਧਰਤੀ ਤੇ। 20 ਸਾਲ ਜੋ ਸੰਤਾਪ ਅਸੀਂ ਭੋਗਿਆ, ਜਿਸ ਤਰ੍ਹਾਂ ਸਾਡੇ ਬੰਦੇ ਨਿਰਦੋਸ਼ ਚੱਕ ਮਾਰੇ ਗਏ, ਜਿਵੇਂ ਝੂਠੇ ਮੁਕਾਬਲੇ ਬਣਾਏ ਗਏ, ਕੀ ਕੁਝ ਹੋਇਆ। ਮਾਝੇ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਅਜੇ ਤੱਕ ਬਰਾਤਾਂ ਨਹੀਂ ਆਈਆਂ, ਹਨਾ। ਤਾਂ ਸਾਡੇ ਨਾਲ ਤਾਂ ਜਦੋਂ ਆਪਾਂ ਸਾਡੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਦੇ ਉਹਨਾਂ ਵਸਨੀਕਾਂ ਦੀ ਗੱਲ ਕਰਦੇ ਹਾਂ ਜਿਹੜੇ ਸੱਚ ਤੇ ਹੱਕ ਤੇ ਖੜਦੇ ਆ। ਸੋ ਸਾਡੇ ਨਾਲ ਬੜਾ ਕੁਝ ਹੋਇਆ। ਉਹ ਸਟੇਟ ਨੇ ਸਾਡੇ ਤੇ ਡਰ ਵੀ ਪਾਤਾ। ਦੇਖੋ, ਇੱਕ ਫੀਅਰ ਸਾਈਕੋਸਿਸ ਹੁੰਦਾ। ਸਰਕਾਰ ਕੰਮ ਹੀ ਫੀਅਰ ਸਾਈਕੋਸਿਸ ਤੇ ਕਰਦੀ ਆ ਵੀ ਡਰ ਇਹਨਾਂ ਦੇ ਮਨਾਂ 'ਚ ਬਿਠਾ ਦਿਓ ਤਾਂ ਕਿ ਇਹ ਕੱਲ ਨੂੰ ਉੱਠ ਨਾ ਸਕਣ, ਇਹ ਹੱਕ ਤੇ ਸੱਚ ਦੀ ਲੜਾਈ ਨਾ ਲੜ ਸਕਣ। ਉਹ ਫੀਅਰ ਸਾਈਕੋਸਿਸ ਨੇ ਬਹੁਤ ਕੰਮ ਕੀਤਾ ਮਾਵਾਂ ਦੇ ਮਨਾਂ ਤੇ। ਉਹ ਤਾਂ ਉਸ ਫੀਅਰ ਸਾਈਕੋਸਿਸ ਦੀ ਵਜ੍ਹਾ ਕਰਕੇ ਸਾਨੂੰ ਮਨਾ ਕਰਦੀਆਂ। ਪਰ ਅਸੀਂ ਅੱਜ ਦੇ ਜਿਹੜੇ ਨੌਜਵਾਨ ਆ, ਸਾਡੇ ਤੇ ਉਹ ਸਾਈਕੋਸਿਸ ਦਾ ਅਸਰ ਹੈ ਨਹੀਂ ਹਜੇ। ਇਹ ਤਾਂ ਨਵੀਂ ਫਸਲ ਆ ਪੰਜਾਬ ਨੇ ਜਿਹੜੀ ਹੁਣ ਪੈਦਾ ਕੀਤੀ ਆ। ਇਸ ਕਰਕੇ ਉਹਨਾਂ ਨੇ ਹੱਕ ਤੇ ਸੱਚ ਦੀ ਗੱਲ ਕਰਨੀ ਆ। ਵੇਖੋ ਕਿਵੇਂ ਸਟੇਜਾਂ ਤੋਂ ਵਾਰ-ਵਾਰ ਸ਼ਹੀਦਾਂ ਦੇ ਨਾਂ ਲਏ ਜਾ ਰਹੇ ਆ, ਵਾਰ-ਵਾਰ ਸੰਤਾਂ ਦੀ ਗੱਲ ਕੀਤੀ ਜਾ ਰਹੀ ਆ। ਕਿਉਂ? ਕਿਉਂਕਿ ਗੱਲ ਨਿੱਤਰ ਕੇ ਜਿਹੜੀ ਸਾਹਮਣੇ ਆਉਂਦੀ ਆ ਉਹ ਸੱਚ ਦੀ ਆਉਂਦੀ ਆ, ਤੇ ਸੱਚ ਦੀ ਆਵਾਜ਼ ਵੀ ਬਹੁਤ ਫਿਰ ਉੱਚੀ ਹੁੰਦੀ ਆ, ਸਦੀਆਂ ਤੱਕ ਗੂੰਜਦਾ। ਤੇ ਉਹੀ ਗੱਲ ਹੋ ਰਹੀ ਹੈ, ਸਾਨੂੰ ਸੱਚ ਤੇ ਹੱਕ ਤੇ ਪਹਿਰਾ ਤਾਂ ਦੇਣਾ ਹੀ ਪਊਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਧਰਨਾ ਲੱਗਿਆ ਸੀਗਾ, ਸਾਰੇ ਸਿੱਖ ਇਕੱਠੇ ਹੋ ਕੇ ਬੈਠੇ ਸੀ, ਪਰ ਉਦੋਂ ਬਾਅਦ ਧਰਨਾ ਚੁਕਾ ਦਿੱਤਾ ਗਿਆ ਤੇ ਕਿਹਾ ਗਿਆ, ਵਿੱਚ ਵੀ ਗੱਲਾਂ ਸੁਣਨ ਨੂੰ ਮਿਲੀਆਂ ਵੀ ਸਰਕਾਰੀ ਬੰਦੇ ਬੈਠੇ ਸੀ। ਕਿ ਉੱਥੇ ਸਰਕਾਰੀ ਬੰਦੇ ਬੈਠੇ ਸੀ? ਬੇਅਦਬੀ ਦਾ ਇਨਸਾਫ ਨਹੀਂ ਸੀ। ਇੱਕ ਸਾਡੇ ਇਸ਼ਟ ਦੇ ਜਦੋਂ ਨਰਾਦਰ ਹੋਇਆ, ਉਸ ਦਾ ਇਨਸਾਫ ਖਾਤਰ ਜਿਵੇਂ ਟਕਸਾਲੀ ਵੀਰ ਬੈਠੇ ਸਨ, ਮਿਸ਼ਨਰੀ ਵੀਰ ਵੀ ਬੈਠੇ ਸਨ, ਇੰਜ ਨਹੀਂ ਸੀ ਲੱਗਦਾ ਵੀ ਸਾਰਿਆਂ ਦਾ ਇੱਕਾ ਹੋਇਆ ਹੈ? ਐਬਸੋਲੂਟਲੀ, ਮੈਂ ਉਹੀ ਤਾਂ ਗੱਲ ਕਰ ਰਿਹਾ। ਉੱਥੇ ਤਾਂ ਸਰਕਾਰ ਨੇ ਹੀ ਆਪਦਾ ਕੋਈ ਪੈਂਤੜਾ ਵਰਤਿਆ ਜਿਹੜਾ ਸਮੇਂ-ਸਮੇਂ ਤੋਂ ਵਰਤਦੇ ਆ ਰਹੇ ਆ। ਬਦਨਾਮੀ ਵੱਲ ਲੈ ਕੇ ਜਾਂਦੇ ਆ ਤੁਹਾਨੂੰ, ਫਿਰ ਤੁਹਾਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਆ, ਫਿਰ ਤੁਹਾਡੇ ਤੇ ਹੋਰ ਕੋਈ ਟੈਗ ਲਾ ਦਿੰਦੇ ਆ ਵੀ ਇਹ ਤਾਂ ਦੇਖੋ ਇਹ ਦੇਸ਼ ਦੇ ਹਿੱਤ ਦੀ ਗੱਲ ਨਹੀਂ ਕਰਦੇ, ਬੜਾ ਕੁਝ ਕਰਦੇ ਆ। ਕੈਪਟਨ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਵੀ ਜਿਹੜੀ ਬੇਅਦਬੀ ਦਾ ਜਿਹੜੇ ਸ਼ਿਕਾਰ ਹੋਏ ਹੋਏ ਨੇ, ਇਹਨਾਂ ਦੀਆਂ ਪੈੜਾਂ ਨੇ ਜਿਹੜੀਆਂ, ਉਹ ਸਾਰੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਉਹ ਪੈੜਾਂ ਨੇ ਜਿਹੜੀਆਂ ਉਹ ਅਕਾਲੀ ਦਲ ਵੱਲ ਨੂੰ ਜਾਂਦੀਆਂ ਨੇ। ਅਸੀਂ ਇਨਸਾਫ ਦਿਵਾਵਾਂਗੇ, ਪਰ ਹੁਣ ਉਹ ਕਹਿ ਰਹੇ ਨੇ ਕਿੱਥੋਂ ਇਨਸਾਫ ਦਿਵਾ ਦਈਏ, ਕਿਹਨੂੰ ਅੰਦਰ ਡੱਕ ਦਈਏ? ਪਹਿਲਾਂ ਤੇ ਪ੍ਰੋਮਿਸ ਕੀਤੇ ਗਏ ਸੀ। ਬਾਈ ਜੀ, ਉਹੀ ਮੈਂ ਗੱਲ ਕਰਦਾ, ਵੋਟਾਂ ਵੇਲੇ ਭਰਮਾਉਣਾ ਇਹਨਾਂ ਦਾ ਸਾਰਿਆਂ ਦਾ ਕੰਮ ਹੁੰਦਾ। ਕਿਹਦਾ ਨਾਂ ਲਵਾਂਗੇ ਆਪਾਂ, ਹਨਾ? ਜੋ ਨਾਂ ਲਵਾਂਗੇ ਉਹ ਕੰਟਰੋਵਰਸੀ ਹੋ ਜੂਗੀ, ਮੇਰੇ ਤੋਂ ਵੀ ਰਿਹਾ ਨਹੀਂ ਜਾਂਦਾ ਹੁੰਦਾ। ਸੋ ਗੱਲ ਇਹ ਆ ਵੀ ਇਹਨਾਂ ਸਾਰਿਆਂ ਦਾ ਕੰਮ ਹੁੰਦਾ। ਇਹਨਾਂ ਨੇ ਤਾਂ ਤੁਹਾਨੂੰ ਆ ਕੇ ਮੈਨੂਪੂਲੇਟ ਕਰਨਾ। ਜਿਹੜਾ ਵੱਡਾ ਮੈਨੂਪੂਲੇਟਰ ਆ ਉਹਨਾਂ ਵੱਡਾ ਨੇਤਾ ਬਣ ਜਾਂਦਾ। ਉਹੀ ਕਹਿ ਰਹੇ, ਖਾਲਿਸਤਾਨੀ ਪੋਲਿਟਿਕਸ ਜਿਹੜੀ ਇਹ ਗੱਲ ਕਰਦੀ ਹੈ। ਹੋ ਸਕਦੇ ਆਪਾਂ ਇੱਕ ਧਿਰ ਤੇ ਬੈਠੀ ਆ, ਪੰਥਕ ਧਿਰਾਂ ਕਿਹਾ ਜਾਂਦਾ, ਦੂਜੇ ਪਾਸੇ ਉਹ ਜਵਾਬ ਸਿੰਘ ਵਾਲਾ ਵਿੱਚ ਵੀ ਨਾ ਸਿਆਸੀ ਧਿਰਾਂ ਕੇ ਉੱਤੇ ਕਰਕੇ ਗਈਆਂ। ਹਾਂਜੀ ਮਿਲ ਨਹੀਂ ਰਹੇ, ਪਰ ਇਕੱਠੇ ਕਿੱਦਾਂ ਹੋ ਸਕਦੇ ਆ? ਬਾਈ ਜੀ, ਇਹ ਸਵਾਲ ਤਾਂ ਸੰਗਤ ਦੇ, ਦੇਖੋ ਕਿਸਾਨੀ ਸੰਘਰਸ਼ 'ਚ ਫੈਸਲੇ ਜੋ ਲਏ ਜਾਂਦੇ ਸੀ, 26 ਤਰੀਕ ਨੂੰ ਇੱਕ ਫੈਸਲਾ ਲਿਆ ਗਿਆ ਜੋ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦਾ ਸੀ। ਲੋਕ ਆਪ ਮੁਹਾਰੇ ਹੋ ਗਏ ਕਿ ਨਹੀਂ ਹੋ ਗਏ? ਉਦੋਂ ਪਹਿਲਾਂ ਜੋ ਸੰਗਤ ਚਾਹੁੰਦੀ ਸੀ ਉਹ ਫੈਸਲੇ ਹੁੰਦੇ ਸੀ। ਜੇ ਸੰਗਤ ਧਾਰ ਲੇ, ਫਿਰ ਕਿ ਇਹਨਾਂ ਦਾ ਕਿਸੇ ਦਾ ਵੀ, ਜਿਹੜੀਆਂ ਧਿਰਾਂ ਵੀ ਬੈਠੀਆਂ ਉਹਨਾਂ ਦੇ ਜੀ ਲੀਡਰਸ਼ਿਪ ਆ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਹੈ ਜੇ ਸੰਗਤ ਧਾਰ ਲੇ ਤੇ ਇਹ ਉਦੋਂ ਬਾਅਦ ਇਕੱਠੀਆਂ ਨਾ ਹੋਣ, ਇਹ ਹੋ ਹੀ ਨਹੀਂ ਸਕਦਾ। ਸੰਗਤ ਨੇ ਧਾਰਿਆ ਸੀ 6 ਮਹੀਨੇ ਪਰ ਗਾੜੀ ਬੈਠੇ ਰਹੇ, ਲਾਸਟ ਸਟੇਜ ਤੋਂ ਵੇਖ ਲਿਆ ਸੀ ਕੀ ਬਣਿਆ ਨਾ। ਹਾਂਜੀ, ਅੱਜ ਅਸੀਂ ਪਛਤਾ ਰਹੇ ਹਾਂ ਉਸ ਦਿਨ ਨੂੰ, ਕਹਿ ਰਹੇ ਪੰਥਕ ਧਿਰਾਂ ਕਹਿ ਰਹੀਆਂ ਉਦੋਂ ਗਲਤੀ ਹੋ ਗਈ ਜੇ ਜਮਾਤਾਂ ਜਾਣ ਕੇ ਫੈਸਲਾ ਆਪਣੇ ਲਿਆ। ਹਾਂਜੀ ਹਾਂਜੀ ਬਾਈ ਜੀ, ਇਹ ਦੇਖੋ ਹਰ ਲੜਾਈ ਜਿੱਤੀ ਨਹੀਂ ਜਾ ਸਕਦੀ ਹੁੰਦੀ।
ਕਈ ਲੜਾਈਆਂ ਅਸੀਂ ਹਾਰਦੇ ਆ, ਉਹਨਾਂ ਤੋਂ ਸਬਕ ਲੈਂਦੇ ਆ, ਫਿਰ ਅਗਲੀ ਲੜਾਈ ਲੜਦੇ ਆ, ਹਨਾ। ਸੋ ਅਸੀਂ ਹੁਣ ਕਿੰਨੇ ਸੰਘਰਸ਼ ਹੁਣੇ ਹੀ ਉਭਾਰ ਦੇਖ ਲਏ ਪੰਜਾਬ ਨੇ, ਬਰਗਾੜੀ, ਸਰਬੱਤ ਖਾਲਸਾ, ਉਦੋਂ ਪਹਿਲਾਂ ਸਰਸੇ ਵਾਲਾ ਮਸਲਾ, ਹੁਣ ਕਿਸਾਨੀ ਸੰਘਰਸ਼, ਕਿੱਡੇ ਵੱਡੇ ਉਭਾਰ ਦੇਖੇ, ਮਾਸ ਮੂਵਮੈਂਟਸ ਦੇਖੀਆਂ ਆਪਾਂ। ਹੁਣ ਸਾਡੇ ਕੋਲੇ ਹਜੇ ਵੀ ਮੌਕਾ ਵੀ ਸਿੱਖ ਕੇ ਇਹਨਾਂ ਗੱਲਾਂ ਤੋਂ, ਇਹਨਾਂ ਉਭਾਰਾਂ ਤੋਂ ਅਸੀਂ ਇਕੱਠੇ ਹੋ ਜਾਈਏ। 13 ਸਾਲ ਨੂੰ 2 ਵਾਰੀ ਪਰੌਣ ਮਿਲਦੀ ਆ, ਬੰਦੀ ਸਿੰਘ ਨੂੰ ਰਿਹਾਈ ਵੀ ਨਹੀਂ ਮਿਲਦੀ, ਇਹ ਕੀ ਲੱਗਦਾ ਤੁਹਾਨੂੰ, ਕੀ ਲੱਗਦਾ? ਹਾਂਜੀ, ਬੰਦੀ ਸਿੰਘਾਂ ਨੂੰ ਰਿਹਾਈਆਂ ਨਹੀਂ ਮਿਲਦੀਆਂ ਤੇ 14 ਸਾਲ ਨੂੰ 2 ਵਾਰੀ ਪਰੌਣ ਮਿਲ ਗਈ। ਉਹ ਤਾਂ ਹੈ ਹੀ ਬੰਦੇ ਸਰਕਾਰਾਂ ਦੇ ਨਾ। ਦੇਖੋ ਫਿਰ ਪੈਸਾ, ਇੱਕ ਤਾਂ ਸਰਕਾਰ ਦੇ ਬੰਦੇ ਹੋ, ਫਿਰ ਤੁਹਾਡੇ ਕੋਲੇ ਪੈਸਾ ਹੋਵੇ ਤੇ ਤੁਸੀਂ ਉਸ ਹਿਸਾਬ ਨਾਲ ਸਭ ਕੁਝ ਹੈਂਡਲ ਕਰ ਲੈਂਦੇ ਹੋ। ਆਪਣੇ ਵਾਲੇ ਜਿਹੜੇ ਬੰਦੇ ਬੈਠੇ ਆ, ਉਹਨਾਂ ਨੇ ਸਟੇਟ ਨਾਲ ਪੰਗਾ ਲੈਤਾ ਹੋਇਆ, ਇਹਦੇ 'ਚ ਫਰਕ ਆ। ਉਹਨਾਂ ਨੇ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਹੋਈਆਂ। ਜਦੋਂ ਤੁਸੀਂ ਸਰਕਾਰ ਨੂੰ ਚੁਣੌਤੀਆਂ ਦਿਓਗੇ, ਆਪਦੇ ਹੱਕ ਮੰਗੋਗੇ, ਸਰਕਾਰਾਂ ਤੁਹਾਨੂੰ ਬਖਸ਼ਣਗੀਆਂ ਨਹੀਂ ਫਿਰ। ਸੋ ਇੱਥੇ ਆ ਕੇ ਫਰਕ ਪੈ ਜਾਂਦਾ। ਬਾਈ ਜੀ ਆਏ ਆ ਹੁਣ ਨਾ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ, ਮੈਂ ਤਾਂ ਜਿਹੜਾ ਸਾਡਾ ਕਿਸਾਨ ਅੰਦੋਲਨ ਆ ਉਹਦੇ 'ਚ ਇੱਕ ਛੋਟਾ ਜਿਹਾ ਸਿਪਾਹੀ ਆ, ਉਹਨਾਂ ਦਾ ਸੋਲਜਰ ਆ। ਸਾਡੇ ਕਿਸਾਨ ਨਹੀਂ, ਬਿਲਕੁਲ ਸਾਡੇ ਕਿਸਾਨ ਆਗੂ ਆ ਜਿਹੜੇ, ਉਹਨਾਂ ਦੀ ਅਗਵਾਈ 'ਚ ਹੀ ਲੜਾਈ ਲੜ ਰਹੇ ਆ, ਹਨਾ। ਤੇ ਉਹਨਾਂ ਦੀ ਅਗਵਾਈ 'ਚ ਹੀ ਲੜਾਂਗੇ, ਉਹ ਸਤਿਕਾਰਯੋਗ ਆ। ਪਰ ਜਿਸ ਤਰ੍ਹਾਂ ਦੀ ਭਾਸ਼ਾ ਅੱਜ ਕੱਲ੍ਹ ਵਰਤੀ ਜਾ ਰਹੀ ਆ, ਜਿਸ ਤਰ੍ਹਾਂ ਦਾ ਇਲਜ਼ਾਮ ਲਾਏ ਜਾ ਰਹੇ ਆ, ਹਨਾ, ਹਾਂ ਨਹੀਂ ਪਰ ਹੁਣ ਗੱਲ ਬਾਹਲੀ ਦੂਰ ਪਹੁੰਚ ਗਈ। ਕੱਲ ਤੁਸੀਂ ਰਾਜੇਵਾਲ ਸਾਹਿਬ ਦੇ ਬਿਆਨ ਸੁਣ ਲਓ, ਕੱਲ ਆਪਣੇ ਜਿਹੜੇ ਰੁਲਦੂ ਮਾਨਸਾ ਤੋਂ ਹੈਗੇ ਆ, ਉਹਨਾਂ ਦੇ ਬਿਆਨ ਸੁਣ ਲਓ, ਹਨਾ। ਤੁਸੀਂ ਬਿਆਨ ਸੁਣੋਗੇ ਤਾਂ ਤੁਸੀਂ ਦੇਖੋਗੇ ਵੀ ਯਾਰ, ਜੇ ਸਾਡਾ ਮਿਆਰ ਇੱਥੋਂ ਤੱਕ ਆ ਗਿਆ, ਫਿਰ ਕਈ ਵਾਰੀ ਤੁਹਾਨੂੰ ਪਿੱਛੇ ਰਹਿ ਕੇ ਸਪੋਰਟ ਦੇਣੀ ਪਊਗੀ। ਅਸੀਂ ਪਿੰਡਾਂ 'ਚ ਰਹਿ ਕੇ ਲੋਕਾਂ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਏਕੇ 'ਚ ਰਹਿ ਕੇ, ਜਾਬਤੇ 'ਚ ਰਹਿ ਕੇ ਤੇ ਸੰਘਰਸ਼ 'ਚ ਜਾਓ। ਆਪਾਂ ਕੋਈ, ਅੱਜ ਤੋਂ ਮੈਂ ਇਹ ਗੱਲ ਵੀ ਧਾਰੀ ਸੀ ਵੀ ਮੈਂ ਕੋਈ ਸਲਾਹ ਹੀ ਨਹੀਂ ਦਿੰਦਾ ਤੇ ਨਾ ਮੈਂ ਸਵਾਲ ਪੁੱਛਾਂ ਸਾਡੇ ਲੀਡਰਾਂ ਨੂੰ। ਕਿਉਂਕਿ ਜਦੋਂ ਮੈਂ ਸਵਾਲ, ਸੋ ਇਸ ਕਰਕੇ ਮੈਂ ਆਪਦੇ ਆਪ ਨੂੰ ਥੋੜਾ ਢੈਲਾ ਪਾ ਲੂੰਗਾ। ਤੇ ਕਿਸਾਨੀ ਸੰਘਰਸ਼ ਇੱਥੇ ਬਹਿ ਕੇ ਵੀ ਲੜ ਰਹੇ ਆ, ਉੱਥੇ ਬੈਠ ਕੇ ਵੀ ਲੜ ਹੀ ਰਹੇ ਸੀ। ਅਰਦਾਸ ਹੋਈ ਆ, ਸੁਖਦੇਵ ਸਿੰਘ ਢੀਂਡਸਾ ਸੀ, ਹੋਰ ਸੀਗੇ, ਉਹ ਕਹਿੰਦੇ ਵੀ ਸਾਨੂੰ ਦੁਨਿਆਵੀ ਅਦਾਲਤਾਂ ਤੇ ਭਾਰਤੀ ਅਦਾਲਤਾਂ ਤੇ ਯਕੀਨ ਨਹੀਂ ਰਿਹਾ, ਸਿਰਫ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਵੀ ਉਹੀ ਅਮਲ ਦੇ ਮਸਲੇ ਦਾ ਹੱਲ ਕਰੂਗਾ। ਦੇਖੋ ਮਹਾਰਾਜ ਦੇ ਗੱਲ ਦੇ ਪਿੱਛੇ ਨਹੀਂ ਬਾਈ, ਇਮਾਨਦਾਰੀ ਤਾਂ ਹੈ। ਮਹਾਰਾਜ ਨੇ ਹੀ ਕੋਈ ਬਿੱਦ ਬਣਾਉਣੀ ਆ ਜਿੱਥੇ ਇਨਸਾਫ ਮਿਲੇ। ਕਈ ਵਾਰੀ ਇਹਨਾਂ ਅਦਾਲਤਾਂ 'ਚ ਬੜੀ ਰੱਬੀ ਰੂਹਾਂ ਬਹਿ ਜਾਂਦੀਆਂ ਆ ਕੇ, ਜਿਹੜੇ ਸੱਚ ਤੇ ਖੜ ਜਾਂਦੀਆਂ ਆ ਕੇ, ਹਨਾ। ਸਾਨੂੰ ਕਾਨੂੰਨੀ ਲੜਾਈ ਵੀ ਲੜਨੀ ਪਊਗੀ, ਸਾਨੂੰ ਜਿਹੜੀ ਸਮਾਜਿਕ ਲੜਾਈ ਵੀ ਲੜਨੀ ਪਊਗੀ। ਸੋ ਇਸ ਕਰਕੇ ਲੜਾਈਆਂ ਦੋਨੇ ਜਿਹੜੇ ਆਪਾਂ ਕਹਿ ਦਈਏ ਪੈਂਤੜੇ ਆ, ਉਹ ਅਪਣਾਉਣੇ ਪੈਣਗੇ। ਜੇ ਅਸੀਂ ਕਹੀਏ ਵੀ ਕਾਨੂੰਨੀ ਲੜਾਈ ਨਹੀਂ ਲੜਦੇ, ਇਹਨਾਂ ਤੇ ਵਿਸ਼ਵਾਸ ਨਹੀਂ, ਸਾਨੂੰ ਉਹ ਵੀ ਲੜਨੀ ਪਊਗੀ। ਬਾਈ ਸਾਨੂੰ ਬੜੀ ਮੈਚੁਰਿਟੀ ਨਾਲ ਮਸਲਿਆਂ ਨੂੰ ਹੈਂਡਲ ਕਰਨਾ ਪਊਗਾ। ਭਾਰਤੀ ਅਦਾਲਤਾਂ ਦੀ ਗੱਲ ਕੀਤੀ ਜਾਂਦੀ ਹੈ, ਜਾਂ ਜਿਹੜੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਜਾਂ NRI ਜਿਹੜੇ ਵਿਦੇਸ਼ਾਂ ਦੇ ਵਿੱਚ ਵੀਰ ਬੈਠੇ ਨੇ, ਉਹਨਾਂ ਦੀ ਇਹ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਇਨਸਾਫ ਸਿਰਫ ਵੱਖ ਹੋ ਕੇ ਮਿਲ ਸਕਦਾ ਭਾਰਤ ਤੋਂ। ਖਾਲਿਸਤਾਨੀ ਪੋਲਿਟਿਕਸ ਤੇ ਦੀਪ ਸਿੱਧੂ ਦਾ ਕੀ ਸਟੈਂਡ ਹੈ? ਨਹੀਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਰਦਾ, ਇੱਕ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਨਾ, ਉਹਦੇ 'ਚ ਬੜੀਆਂ ਤਰ੍ਹਾਂ ਦੀਆਂ ਐਸਪੀਰੇਸ਼ਨਸ ਹੁੰਦੀਆਂ, ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ, ਹਨਾ। ਕਈ ਬੰਦੇ ਇਹ ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਕਈ ਬੰਦੇ ਉਹ ਆ ਜਿਹੜੇ ਵੱਧ ਅਧਿਕਾਰਾਂ ਦੀਆਂ, ਜਿਹੜੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ, ਹਨਾ। ਔਰ ਇਹ ਸਾਰੀਆਂ ਐਸਪੀਰੇਸ਼ਨਸ ਨੂੰ ਜਿਹੜੀਆਂ ਮੈਚੁਰ ਡੈਮੋਕ੍ਰੇਸੀ ਜਾਂ ਦੇਸ਼ ਆ, ਉਹ ਸਪੇਸ ਦਿੰਦੇ ਆ, ਉਹਨਾਂ ਨੂੰ ਰਗੜਦੇ ਨਹੀਂ। ਸਾਡੇ ਜਿਹੜੇ ਇਹ ਬੰਦੇ ਕਹਿ ਰਹੇ ਆ ਵੀ ਹੱਲ ਪਿਆ ਤੁਸੀਂ ਵੱਖ ਹੋਣ 'ਚ, ਉਹ ਇੱਕ ਐਸਪੀਰੇਸ਼ਨ ਆ, ਉਹਦੀ ਵੀ ਗੱਲ ਹੋਣੀ ਚਾਹੀਦੀ ਆ। ਜਿਹੜੇ ਇਹ ਬੰਦੇ ਕਹਿ ਰਹੇ ਆ ਸੈਂਟਰ ਸਟੇਟ ਰਿਲੇਸ਼ਨਸ਼ਿਪ ਜਾਂ ਫੈਡਰਲ ਸਟਰਕਚਰ 'ਚ ਹੱਲ ਪਿਆ, ਉਹਦੀ ਵੀ ਗੱਲ ਹੋਣੀ ਚਾਹੀਦੀ ਆ। ਸੋ ਡੈਮੋਕ੍ਰੇਟਿਕ ਵੇ 'ਚ ਗੱਲਾਂ ਹੋਣੀਆਂ ਚਾਹੀਦੀਆਂ। ਸਾਨੂੰ ਮਸਲਿਆਂ ਨਾਲ ਨਜਿੱਠਣਾ ਕਿਵੇਂ ਆ ਇਹ ਸਮਝਣਾ ਪਊਗਾ, ਸਾਡੀਆਂ ਸਰਕਾਰਾਂ ਨੂੰ ਸਮਝਣਾ ਪਊਗਾ। ਜਦੋਂ ਉਹ ਰਗੜਦੀਆਂ ਐਸਪੀਰੇਸ਼ਨਸ ਨੂੰ, ਫਿਰ ਤਣਾਅ ਤੇ ਟਕਰਾਅ ਪੈਦਾ ਹੁੰਦਾ, ਜਿਹੜਾ ਫਿਰ ਕਿਸੇ ਵੀ ਹੱਦ ਤੱਕ ਜਾ ਕੇ ਇੱਕ ਕਹਿ ਲਓ ਵੀ ਕਿਸੇ ਵੱਖਰੀ ਸਟਰਗਲ 'ਚ, ਜਾਂ ਜਦੋਂ ਕਹਿ ਦਿੰਦੇ ਆ ਵੀ ਹਿੰਸਾ ਹੋ ਗਈ, ਹਿੰਸਾ ਇਹ ਨਹੀਂ ਹੁੰਦੀ। ਗਰਮ ਖਿਆਲੀ, ਨਰਮ ਖਿਆਲੀ, ਇਹ ਬਾਈਨਰੀਜ਼, ਕੰਪਾਰਟਮੈਂਟਲਾਈਜੇਸ਼ਨ, ਇਹ ਭਾਸ਼ਾ ਜਿਹੜੀ ਹੈ ਸਰਕਾਰ ਦੀ ਆ। ਅਦਰਵਾਈਜ਼ ਕੋਈ ਨਰਮ ਖਿਆਲੀ ਤੇ ਗਰਮ ਖਿਆਲੀ ਨਹੀਂ ਹੁੰਦੀ। ਇੱਕ ਵਹਿਣ ਵਹਿ ਰਿਹਾ ਹੁੰਦਾ, ਉਸ ਵਹਿਣ 'ਚ ਕਈ ਵਾਰੀ ਉਹ ਕਿੱਧਰ ਨੂੰ ਮੋੜ ਲੈਣਾ, ਇਹ ਸਰਕਾਰ ਕਿਵੇਂ ਬਿਹੇਵ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਸਾਡੇ ਬੰਦੇ ਕਿਵੇਂ ਬਿਹੇਵ ਕਰਦੇ ਆ, ਇਹ ਉਹਦੇ ਤੇ ਡਿਪੈਂਡ ਕਰਦੀਆਂ ਗੱਲਾਂ।